Good morning, dear students, and welcome to the English class. Today we are going to start chapter number 5 from your Footprints Without Feet book, and name of the chapter is also Footprints Without Feet, written by H.G. Wells. So, footprints without feet. First of all, what does the title means? Footprints, impressions of foot. Without feet means without the feet, impressions of footprints. ਕਿਸੇ ਦੇ ਪੈਰਾਂ ਤੋਂ ਬਿਨਾ ਪੈਰਾਂ ਦੇ ਨਿਸ਼ਾਨ, ਇਹ ਟਾਈਟਲ ਦਾ ਮੀਨਿੰਗ ਹੈ। ਹੁਣ ਪੈਰਾਂ ਤੋਂ ਬਿਨਾ ਪੈਰਾਂ ਦੇ ਨਿਸ਼ਾਨ ਕਿੱਦਾਂ ਬਣ ਸਕਦੇ ਆ? ਅਗਰ ਪੈਰ ਹੀ ਨਹੀਂ ਆ ਤਾਂ ਪੈਰਾਂ ਦੇ ਨਿਸ਼ਾਨ ਕਿੱਦਾਂ ਬਣਨਗੇ? ਉਹ ਅਸੀਂ ਇਸ ਚੈਪਟਰ ਦੇ ਵਿੱਚ ਰੀਡ ਕਰਾਂਗੇ। ਸੋ ਲੈਟਸ ਗੈਟ ਸਟਾਰਟਡ। The two boys started in surprise at the fresh muddy imprints of a pair of bare feet. Now, ਦੋ boys ਜਿਹੜੇ ਆ ਬੜੇ ਹੀ ਸਰਪ੍ਰਾਈਜ਼ਡ ਆ ਤੇ ਉਹ ਕੀ ਕਰ ਰਹੇ ਆ? ਫਰੈਸ਼ ਮਡੀ ਇੰਪ੍ਰਿੰਟਸ ਮੀਨਸ ਮਿੱਟੀ ਦੇ ਨਾਲ ਲਿਬੜੇ ਹੋਏ ਪੈਰਾਂ ਦੇ ਜਿਹੜੇ ਨਿਸ਼ਾਨ, ਤੇ ਉਹਨਾਂ ਨੂੰ ਕੀ ਆ ਉਹ ਦੇਖ ਰਹੇ ਆ। ਬੇਅਰ ਫੀਟ ਹੁੰਦਾ ਆ ਨੰਗੇ ਪੈਰ, ਪੈਰਾਂ ਦੇ ਵਿੱਚ ਕੁਛ ਨਾ ਪਾਇਆ ਹੋਵੇ ਜਦੋਂ। What was a barefooted man doing on the steps of a house? ਹੁਣ ਇੱਕ ਨੰਗੇ ਪੈਰ ਆਦਮੀ ਕੀ ਕਰ ਰਿਹਾ ਸੀਗਾ ਇੱਕ ਹਾਊਸ ਦੇ ਸਟੇਅਰਸ ਦੇ ਉੱਤੇ? ਹੁਣ ਬੇਅਰ ਫੀਟ ਮੀਨਸ ਕਿ ਨੰਗੇ ਪੈਰ ਜਿਹੜੇ ਆ ਉਹ ਨਿਸ਼ਾਨ ਬਣ ਰਹੇ ਆ। ਜਿਹੜੇ ਨਿਸ਼ਾਨ ਬਣ ਰਹੇ ਆ ਉਹਨਾਂ ਪੈਰਾਂ ਦੇ ਵਿੱਚ ਕੋਈ ਸ਼ੂਜ਼ ਨਹੀਂ ਆ, ਕੋਈ ਚੱਪਲ ਨਹੀਂ ਆ, ਠੀਕ ਹੈ, ਉਹ ਨੰਗੇ ਪੈਰ ਆ। ਹੁਣ ਇੱਕ ਆਦਮੀ ਕੀ ਕਰ ਰਿਹਾ ਸੀਗਾ ਨੰਗੇ ਪੈਰ ਜਿਹਦੇ ਨਿਸ਼ਾਨ ਬਣ ਰਹੇ ਸੀ ਇੱਕ ਹਾਊਸ ਦੀ ਸਟੇਅਰਸ ਦੇ ਉੱਤੇ, ਇਨ ਦ ਮਿਡਲ ਆਫ ਲੰਡਨ। ਤੇ ਇਹ ਸਾਰਾ ਸੀਨ ਕਿੱਥੇ ਦਾ ਆ? ਲੰਡਨ ਦੇ ਮਿਡਲ ਦਾ। ਐਂਡ ਵੇਅਰ ਵਾਜ਼ ਦ ਮੈਨ? ਤੇ ਮੈਨ ਕਿੱਥੇ ਆ? ਪੈਰਾਂ ਦੇ ਨਿਸ਼ਾਨ ਤਾਂ ਦਿਖਾਈ ਦੇ ਰਹੇ ਆ ਮਿੱਟੀ ਦੇ ਨਾਲ, ਚਿੱਕੜ ਦੇ ਨਾਲ ਭਰੇ ਹੋਏ, ਬਟ ਇਨਸਾਨ ਨਹੀਂ ਦਿਖਾਈ ਦੇ ਰਿਹਾ ਜਿਹਦੇ ਪੈਰਾਂ ਦੇ ਨਿਸ਼ਾਨ ਪੈ ਰਹੇ ਆ। ਹੁਣ ਜਦੋਂ ਨਿਸ਼ਾਨ ਪੈਰਾਂ ਦੇ ਪੈਂਦੇ ਆ, ਕਿਸੇ ਇਨਸਾਨ ਦੇ ਪੈਂਦੇ ਆ, ਤੇ ਉਹ ਇਨਸਾਨ ਵੀ ਤਾਂ ਦਿਖਦਾ ਹੈ ਨਾ, ਜਿੱਦਾਂ ਜਿੱਦਾਂ ਉਹ ਪੈਰਾਂ ਦੇ ਨਿਸ਼ਾਨ ਬਣ ਰਹੇ ਆ। As they gazed means looked, a remarkable sight met their eyes. A fresh footmark appeared from nowhere. ਜਦੋਂ ਉਹ ਦੇਖ ਰਹੇ ਸੀਗੇ ਉਹਨਾਂ ਨਿਸ਼ਾਨਾਂ ਨੂੰ, ਦੋ ਲੜਕੇ ਜਿਹੜੇ ਆ, ਤੇ ਉਹਨਾਂ ਦੀ ਅੱਖਾਂ ਨੇ ਦੇਖਿਆ ਕਿ ਜਿਹੜੇ ਪੈਰਾਂ ਦੇ ਨਿਸ਼ਾਨ ਉਹ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਆ, ਜਿੱਦਾਂ ਕੋਈ ਅੱਗੇ ਵੱਧ ਰਿਹਾ ਆ ਉਹਨਾਂ ਪੈਰਾਂ ਦੇ ਨਾਲ, ਤੇ ਉਹ ਨਿਸ਼ਾਨ ਅੱਗੇ ਦੇ ਅੱਗੇ ਜਿਹੜੇ ਆ ਉਹ ਵੱਧ ਰਹੇ ਆ। ਪਰ ਉਹਨਾਂ ਨੂੰ ਪਤਾ ਨਹੀਂ ਆ ਕਿ ਉਹ ਜਿਹੜੇ ਫੁੱਟਮਾਰਕ ਹੈਗੇ ਆ, ਨਿਸ਼ਾਨ ਹੈਗੇ ਆ, ਉਹ ਆ ਕਿੱਥੋਂ ਰਹੇ ਨੇ। Further, footprints followed, one after another, descending the steps and progressing down the street. ਹੁਣ ਜਿਹੜੇ ਫੁੱਟਪ੍ਰਿੰਟਸ ਆ ਉਹ ਕੀ ਆ? ਅੱਗੇ ਹੀ ਅੱਗੇ ਵੱਧਦੇ ਜਾ ਰਹੇ ਆ ਤੇ ਉਹ ਸਟਰੀਟ ਤੋਂ ਦੇ ਸਟੈਪਸ ਤੋਂ ਬਾਹਰ ਆ ਰਹੇ ਆ। The boys followed, fascinated mean interested. ਹੁਣ ਜਿਹੜੇ ਉਹ ਦੋ ਬॉयਜ਼ ਆ ਉਹਨਾਂ ਨੂੰ ਬੜਾ ਹੀ ਇੰਟਰਸਟ ਆ ਉਹਨਾਂ ਫੁੱਟਪ੍ਰਿੰਟਸ ਦੇ ਵਿੱਚ। ਉਹ ਹੁਣ ਉਹਨਾਂ ਨਿਸ਼ਾਨਾਂ ਦਾ ਪਿੱਛਾ ਕਰਨ ਲੱਗ ਗਏ ਆ। Until the muddy impressions became fainter and fainter and at last disappeared altogether. ਤੇ ਹੁਣ ਉਹ ਪੈਰਾਂ ਦੇ ਜਿਹੜੇ ਨਿਸ਼ਾਨ ਆ ਉਹ ਅੱਗੇ ਅੱਗੇ ਜਦੋਂ ਵੱਧ ਰਹੇ ਆ, ਹੌਲੀ ਹੌਲੀ, ਜਿੱਦਾਂ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਸਕਦੇ ਹੋ, ਫੇਂਟ ਹੁੰਦੇ ਹੁੰਦੇ ਉਹ ਗਾਇਬ ਹੋ ਜਾਂਦੇ ਆ। ਹੁਣ ਇੱਦਾਂ ਕਿਉਂ ਹੋ ਰਿਹਾ ਹੈ? ਕਿਉਂਕਿ ਜਿਹੜੀ ਪੈਰਾਂ ਦੇ ਉੱਤੇ ਮਿੱਟੀ ਲੱਗੀ ਸੀ, ਜਿੱਦਾਂ ਜਿੱਦਾਂ ਉਹ ਮਿੱਟੀ ਝੜਦੀ ਪਈ ਆ, ਉੱਦਾਂ ਉੱਦਾਂ ਪੈਰਾਂ ਦੇ ਨਿਸ਼ਾਨ ਜਿਹੜੇ ਫਿੱਕੇ ਹੁੰਦੇ ਜਾ ਰਹੇ ਆ, ਤੇ ਬਾਅਦ ਦੇ ਵਿੱਚ ਜਿਹੜੇ ਉਹ ਪੈਰਾਂ ਦੇ ਨਿਸ਼ਾਨ ਡਿਸਅਪੀਅਰ ਮਤਲਬ ਗਾਇਬ ਹੋ ਗਏ। The explanation of the mystery was really simple enough. ਹੁਣ ਇੱਕ ਮਿਸਟਰੀ ਕੀ ਹੁੰਦਾ? ਰਹੱਸ। ਇਹ ਕਿੱਦਾਂ ਦਾ ਰਹੱਸ ਸੀਗਾ ਕਿ ਬਿਨਾਂ ਆਦਮੀ ਦੇ ਉਹ ਪੈਰਾਂ ਦੇ ਨਿਸ਼ਾਨ ਬਣ ਰਹੇ ਆ। ਕਹਿੰਦੇ ਕਿ ਇਹਦੀ ਐਕਸਪਲੇਨੇਸ਼ਨ ਬੜੀ ਹੀ ਸਿੰਪਲ ਸੀ। The bewildered boys, bewildered means puzzled boys had been following a scientist who had just discovered how to make the human body ਟ੍ਰਾਂਸਪੇਰੈਂਟ। ਹੁਣ ਉਹ ਜਿਹੜੇ ਦੋ ਲੜਕੇ ਸੀਗੇ ਉਹ ਕਿਹਦੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰ ਰਹੇ ਸੀਗੇ? ਇੱਕ ਸਾਇੰਟਿਸਟ ਦੇ, ਜਿਹੜਾ ਕਿ ਇੱਕ ਐਕਸਪੈਰੀਮੈਂਟ ਕਰ ਰਿਹਾ ਸੀਗਾ ਕਿ ਹਿਊਮਨ ਬੋਡੀ ਨੂੰ ਕਿੱਦਾਂ ਟ੍ਰਾਂਸਪੇਰੈਂਟ ਕੀਤਾ ਜਾ ਸਕਦਾ ਹੈ, ਕਿੱਦਾਂ ਗਾਇਬ ਕੀਤਾ ਜਾ ਸਕਦਾ ਹੈ ਹਿਊਮਨ ਬੋਡੀ ਨੂੰ। Griffin, the scientist, had carried out experiment
after experiment to prove that the human body could become invisible। ਹੁਣ ਸਾਇੰਟਿਸਟ ਦਾ ਨਾਮ ਕੀ ਹੈ? ਗ੍ਰਿਫਿਨ। ਤੇ ਉਹ ਕੀ ਐਕਸਪੈਰੀਮੈਂਟ ਕਰ ਰਿਹਾ ਸੀਗਾ? ਉਹਨੇ ਐਕਸਪੈਰੀਮੈਂਟ ਕੀਤਾ ਤੇ ਉਹਨੇ ਕੀ ਪ੍ਰੂਵ ਕੀਤਾ ਕਿ ਜਿਹੜੀ ਹਿਊਮਨ ਬੋਡੀ ਆ ਉਹਨੂੰ ਇਨਵਿਜ਼ੀਬਲ ਕੀਤਾ ਜਾ ਸਕਦਾ ਆ। ਫਾਈਨਲੀ he swallowed certain rare drugs and his body became as transparent as a sheet of glass। ਹੁਣ ਜਦੋਂ ਉਹਨੇ ਐਕਸਪੈਰੀਮੈਂਟ ਦੇ ਬਾਅਦ ਐਕਸਪੈਰੀਮੈਂਟ ਕੀਤੇ ਤੇ ਉਹਨੇ ਫਾਈਨਲੀ ਕੁਛ ਜਿਹੜੀਆਂ ਡਰੱਗਸ ਸੀ, ਕੁਛ ਦਵਾਈਆਂ ਸੀ, ਉਹਨਾਂ ਨੂੰ ਨਿਗਲ ਲਿਆ। ਸਵੈਲੋਡ ਦਾ ਮਤਲਬ ਹੁੰਦਾ ਨਿਗਲ ਲੈਣਾ। ਨਿਗਲ ਲਿਆ ਤੇ ਉਹਦੇ ਨਾਲ ਕੀ ਹੋ ਗਿਆ? ਉਹਦੀ ਜਿਹੜੀ ਬੋਡੀ ਸੀਗੀ ਸਾਇੰਟਿਸਟ ਦੀ ਉਹ ਟਰਾਂਸਪੇਰੈਂਟ ਹੋ ਗਈ ਸੀ, ਇੱਕ ਗਲਾਸ ਦੀ ਤਰ੍ਹਾਂ। ਇੱਕ ਗਲਾਸ ਜਿਹੜਾ ਹੁੰਦਾ ਉਹ ਟਰਾਂਸਪੇਰੈਂਟ ਹੁੰਦਾ ਨਾ, ਉੱਦਾਂ ਹੀ ਉਹਦੀ ਬੋਡੀ ਵੀ ਟਰਾਂਸਪੇਰੈਂਟ ਹੋ ਗਈ, ਇਨਵਿਜ਼ੀਬਲ ਹੋ ਗਈ। ਦੋ ਇਟ ਆਲਸੋ ਰਿਮੇਨਡ ਐਜ਼ ਸੋਲਿਡ ਐਜ਼ ਗਲਾਸ, ਪਰ ਉਹਦੀ ਬੋਡੀ ਜਿਹੜੀ ਆ ਗਲਾਸ ਦੀ ਤਰ੍ਹਾਂ ਸੋਲਿਡ ਵੀ ਰਹੀ। ਹੁਣ ਗਲਾਸ ਸੋਲਿਡ ਵੀ ਹੁੰਦਾ ਆ ਤੇ ਟਰਾਂਸਪੇਰੈਂਟ ਵੀ ਹੁੰਦਾ ਆ। ਉਹਦੀ ਬੋਡੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਟਰਾਂਸਪੇਰੈਂਟ ਤਾਂ ਹੋ ਗਈ ਆ, ਬਟ ਅਗਰ ਉਹਨੂੰ ਕੋਈ ਟੱਚ ਕਰੇ, ਟੱਚ ਕਰਨ ਵਾਲਾ ਉਹਦੀ ਬੋਡੀ ਨੂੰ ਮਹਿਸੂਸ ਕਰ ਸਕਦਾ ਆ, ਬਟ ਉਹਦੀ ਬੋਡੀ ਨੂੰ ਦੇਖ ਨਹੀਂ ਸਕਦਾ। ਬ੍ਰਿਲੀਅੰਟ ਸਾਇੰਟਿਸਟ ਦੋ ਹੀ ਵਾਜ਼। ਹੁਣ ਗ੍ਰਿਫਿਨ ਚਾਹੇ ਇੱਕ ਬਹੁਤ ਹੀ ਬ੍ਰਿਲੀਅੰਟ ਸਾਇੰਟਿਸਟ ਸੀਗਾ, ਗ੍ਰਿਫਿਨ ਵਾਜ਼ ਰਾਦਰ ਅ ਲॉलेस ਪਰਸਨ। ਲॉलेस ਮੀਨ ਜਿਹੜਾ ਇਨਸਾਨ ਕਾਨੂੰਨ ਦੀ ਉਲੰਘਣਾ ਕਰਦਾ ਹੋਵੇ, ਕਾਨੂੰਨ ਨੂੰ ਨਾ ਮੰਨਦਾ ਹੋਵੇ। ਹਿਜ਼ ਲੈਂਡਲॉर्ड ਡਿਸਲਾਈਕਡ ਹਿਮ ਐਂਡ ਟਰਾਈ ਟੂ ਇਜੈਕਟ ਹਿਮ। ਹੁਣ ਜਿੱਥੇ ਉਹ ਕਿਰਾਏ 'ਤੇ ਰਹਿੰਦਾ ਸੀ, ਉਹਦਾ ਜਿਹੜਾ ਮਾਲਿਕ ਮਕਾਨ ਸੀ ਉਹਨੂੰ ਪਸੰਦ ਨਹੀਂ ਕਰਦਾ ਸੀਗਾ ਗ੍ਰਿਫਿਨ ਨੂੰ, ਤੇ ਉਹਨੇ ਉਹਨੂੰ ਘਰ ਤੋਂ ਬਾਹਰ ਵੀ ਕੱਢਣ ਦੀ ਕੋਸ਼ਿਸ਼ ਕੀਤੀ। ਇਨ ਰਿਵੈਂਜ ਗ੍ਰਿਫਿਨ ਸੈਟ ਫਾਇਰ ਟੂ ਦਾ ਹਾਊਸ। ਤੇ ਗੁੱਸੇ ਦੇ ਵਿੱਚ ਆ ਕੇ ਗ੍ਰਿਫਿਨ ਨੇ ਕੀ ਕੀਤਾ? ਆਪਣੇ ਲੈਂਡਲॉर्ड ਦੇ ਮਕਾਨ ਨੂੰ ਅੱਗ ਲਗਾ ਦਿੱਤੀ। To get away without being seen, he had to remove his clothes। ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਹੁਣ ਉਹਨੇ ਕ੍ਰਾਈਮ ਕੀਤਾ ਆ, ਘਰ ਨੂੰ ਅੱਗ ਲਗਾ ਦਿੱਤੀ। ਹੁਣ ਪੁਲਿਸ ਉਹਦਾ ਪਿੱਛਾ ਕਰੇਗੀ, ਇਸ ਕਰਕੇ ਉਹਨੇ ਕੀ ਕੀਤਾ? ਆਪਣੇ ਕੱਪੜੇ ਜਿਹੜੇ ਆ ਉਤਾਰ ਦਿੱਤੇ ਤਾਂ ਕਿ ਉਹਦੀ ਬੋਡੀ ਜਿਹੜੀ ਆ ਉਹਨੂੰ ਕੋਈ ਦੇਖ ਨਾ ਸਕੇ। ਹੁਣ ਬੋਡੀ ਤਾਂ ਉਹਦੀ ਟਰਾਂਸਪੇਰੈਂਟ ਹੋ ਗਈ ਆ, ਬਟ ਉਹ ਦਿਖ ਕਿੱਦਾਂ ਰਿਹਾ ਲੋਕਾਂ ਨੂੰ? ਜਦੋਂ ਉਹਨੇ ਕੱਪੜੇ ਪਾਏ ਆ, ਸਿਰਫ ਉਹਦੇ ਬੋਡੀ ਦੇ ਉੱਤੇ ਕੱਪੜੇ ਹੀ ਉਹਨੂੰ ਵਿਜ਼ੀਬਲ ਕਰ ਰਹੇ ਆ, ਅਦਰਵਾਈਜ਼ ਅਗਰ ਉਹ ਕੱਪੜੇ ਉਤਾਰ ਦਿੰਦਾ ਹੈ ਤੇ ਉਹ ਵਿਜ਼ੀਬਲ ਨਹੀਂ ਹੋਏਗਾ ਕਿਸੇ ਨੂੰ। Thus it was that he became a homeless wanderer। ਇਸ ਕਰਕੇ ਜਿਹੜਾ ਗ੍ਰਿਫਿਨ ਸੀਗਾ ਉਹ ਕੀ ਸੀ? ਹੋਮਲੈਸ ਹੋ ਗਿਆ ਸੀਗਾ। ਕਿਰਾਏ ਦਾ ਜਿਹੜਾ ਮਕਾਨ ਸੀ ਉਹਨੇ ਅੱਗ ਲਾਤੀ ਉਹਨੂੰ ਤੇ ਉੱਥੋਂ ਦੌੜ ਆਇਆ ਸੀਗਾ। ਵਿਦਾਊਟ ਕਲੋਥਿਸ, ਹੁਣ ਉਹਦੇ ਕੋਲ ਨਾ ਘਰ ਆ ਨਾ ਕਲੋਥਿਸ ਆ, ਕਲੋਥਿਸ ਉਹਨੇ ਉਤਾਰਤੇ ਪੁਲਿਸ ਤੋਂ ਬਚਣ ਵਾਸਤੇ। ਵਿਦਾਊਟ ਮਨੀ, ਕੋਈ ਪੈਸਾ ਵੀ ਹੈ ਨਹੀਂ ਉਹਦੇ ਕੋਲ। ਐਂਡ ਕੁਆਇਟ ਇਨਵਿਜ਼ੀਬਲ, ਤੇ ਬਿਲਕੁਲ ਉਹ ਇਨਵਿਜ਼ੀਬਲ ਹੋ ਗਿਆ ਆ। until he happened to step in some mud। ਤੇ ਫਿਰ ਕੀ ਹੋਇਆ? ਉਹਦੇ ਪੈਰ ਜਿਹੜੇ ਸੀ ਚਿੱਕੜ ਦੇ ਵਿੱਚ ਪੈ ਗਏ ਸੀ ਕਿਤੇ। and left footprints as he walked। ਇਸ ਕਰਕੇ ਹੀ ਉਹਦੇ ਪੈਰਾਂ ਦੇ ਜਿਹੜੇ ਨਿਸ਼ਾਨ ਬਣ ਰਹੇ ਸੀਗੇ। ਹੁਣ ਇਹ ਸੀ ਐਕਸਪਲੇਨੇਸ਼ਨ ਕਿ ਜਿਹੜੇ ਟੂ ਬॉयਜ਼ ਸੀ ਸਟਾਰਟਿੰਗ ਦੇ ਵਿੱਚ, ਉਹਨਾਂ ਨੂੰ ਪੈਰਾਂ ਦੇ ਨਿਸ਼ਾਨ ਕਿਹਦੇ ਦਿਸ ਰਹੇ ਸੀ ਤੇ ਉਹ ਪਰਸਨ ਕਿੱਥੇ ਸੀ। ਠੀਕ ਹੈ, ਉਹ ਪਰਸਨ ਗ੍ਰਿਫਿਨ ਸੀ, ਸਾਇੰਟਿਸਟ, ਜਿਹੜਾ ਕਿ ਹੋਮਲੈਸ ਵਾਂਡਰਰ ਬਣ ਗਿਆ ਸੀਗਾ। ਆਪਣੇ ਆਪ ਨੂੰ ਉਹਨੇ ਇਨਵਿਜ਼ੀਬਲ ਕਰ ਲਿਆ ਸੀ ਤੇ ਆਪਣੇ ਕੱਪੜੇ ਵੀ ਉਹਨੇ ਉਤਾਰ ਦਿੱਤੇ ਸੀ ਪੁਲਿਸ ਤੋਂ ਬਚਣ ਵਾਸਤੇ। He escaped easily enough from the boys who followed his footprints in London। ਹੁਣ ਉਹ ਬੜੀ ਹੀ ਆਸਾਨੀ ਦੇ ਨਾਲ ਉਹ ਮੁੰਡਿਆਂ ਤੋਂ ਤਾਂ ਬਚ ਗਿਆ ਜਿਹੜੇ ਉਹਨੂੰ ਫੋਲੋ ਕਰ ਰਹੇ ਸੀ ਉਹਦੇ ਪੈਰਾਂ ਦੇ ਨਿਸ਼ਾਨ ਦੇਖ ਕੇ। ਬਟ ਹਿਜ਼ ਐਡਵੈਂਚਰਸ ਵਰ ਬਾਏ ਨੋ ਮੀਨਸ ਓਵਰ। ਬਟ ਉਹਦੀਆਂ ਜਿਹੜੀਆਂ ਮੁਸ਼ਕਿਲਾਂ ਸੀ ਹਜੇ ਤੱਕ ਖਤਮ ਨਹੀਂ ਹੋਈਆਂ ਸੀ। ਹੀ ਹੈਡ ਚੂਜ਼ਨ ਅ ਬੈਡ ਟਾਈਮ ਆਫ ਦ ਈਅਰ ਟੂ ਵਾਂਡਰ ਅਬਾਊਟ ਲੰਡਨ ਵਿਦਾਊਟ ਕਲੋਥਿਸ। ਹੁਣ ਉਹਨੇ ਇੱਕ ਬੜਾ ਹੀ ਬੁਰਾ ਟਾਈਮ ਚੁਣਿਆ ਸੀਗਾ ਬਿਨਾਂ ਕੱਪੜਿਆਂ ਦੇ ਲੰਡਨ ਦੀਆਂ ਗਲੀਆਂ ਦੇ ਵਿੱਚ ਘੁੰਮਣ ਦਾ, ਕਿਉਂਕਿ ਉਹ ਟਾਈਮ ਜਿਹੜਾ ਸੀਗਾ ਕਿਹੜਾ ਸੀ? ਇਟ ਵਾਜ਼ ਮਿਡ ਵਿੰਟਰ, ਸਰਦੀਆਂ ਦਾ। ਮਿਡ ਕੀ ਹੁੰਦਾ ਆ? ਸੈਂਟਰ। ਹਜੇ ਸਰਦੀਆਂ ਅੱਧ 'ਚ ਹੀ ਪਹੁੰਚੀਆਂ ਸੀਗੀਆਂ, ਮਤਲਬ ਠੰਡ ਸੀਗੀ ਲੰਡਨ ਦੇ ਵਿੱਚ। ਦ ਏਅਰ ਵਾਜ਼ ਬਿਟਰਲੀ ਕੋਲਡ। ਏਅਰ ਜਿਹੜੀ ਸੀ ਬਹੁਤ ਜ਼ਿਆਦਾ, ਬਿਟਰਲੀ ਮੀਨਸ ਐਕਸਟ੍ਰੀਮ, ਬਹੁਤ ਜ਼ਿਆਦਾ ਠੰਡੀ ਸੀ। ਐਂਡ ਹੀ ਕੁਡ ਨਾਟ ਡੂ ਵਿਦਾਊਟ ਕਲੋਥਿਸ। ਤੇ ਬਿਨਾਂ ਕੱਪੜਿਆਂ ਤੋਂ ਇੰਨੀ ਠੰਡ ਦੇ ਵਿੱਚ ਉਹ ਕਿੱਦਾਂ ਸਰਵਾਈਵ ਕਰ ਸਕੇਗਾ। ਇੰਸਟੈਡ ਆਫ ਵਾਕਿੰਗ ਅਬਾਊਟ ਦ ਸਟਰੀਟਸ ਹੀ ਡਿਸਾਈਡਡ ਟੂ ਸਲਿਪ ਇਨਟੂ ਅ ਬਿਗ ਲੰਡਨ ਸਟੋਰ ਫॉर ਵਾਰਮਥ। ਹੁਣ
ਗਲੀਆਂ ਦੇ ਵਿੱਚ ਅਗਰ ਉਹ ਘੁੰਮੇਗਾ ਤੇ ਠੰਡ ਦੇ ਨਾਲ ਉਹ ਮਰ ਵੀ ਸਕਦਾ ਆ। ਇਸ ਕਰਕੇ ਉਹਨੇ ਡਿਸਾਈਡ ਕੀਤਾ ਕਿ ਉਹ ਲੰਡਨ ਦੇ ਕਿਸੇ ਵੱਡੇ ਜਿਹੇ ਸਟੋਰ ਦੇ ਵਿੱਚ ਜਾਏਗਾ ਜਿੱਥੇ ਉਹ ਆਪਣੇ ਆਪ ਨੂੰ ਕੱਪੜਿਆਂ ਦੇ ਨਾਲ ਗਰਮਾਇਸ਼ ਦੇਗਾ। Closing time arrived, and as soon as the doors were shut, Griffin was able to give himself the pleasure of clothing and feeding himself without regard to expense। ਹੁਣ ਉਹ ਇੱਕ ਸਟੋਰ ਦੇ ਵਿੱਚ ਚਲਾ ਗਿਆ ਜਦੋਂ ਸਟੋਰ ਬੰਦ ਹੋਣ ਵਾਲਾ ਸੀ, ਮਤਲਬ ਰਾਤ ਦਾ ਟਾਈਮ ਹੋ ਚੁੱਕਿਆ ਸੀਗਾ। ਜਦੋਂ ਡੋਰਸ ਬੰਦ ਹੋਏ ਸਟੋਰ ਬੰਦ ਹੋ ਚੁੱਕਾ ਆ, ਗ੍ਰਿਫਿਨ ਜਿਹੜਾ ਉਸ ਸਟੋਰ ਦੇ ਅੰਦਰ ਜਾ ਚੁੱਕਾ ਆ ਤੇ ਆਪਣੇ ਆਪ ਨੂੰ ਉਹਨੇ ਕੀ ਕੀਤਾ, ਉੱਥੇ ਸਟੋਰ ਦੇ ਵਿੱਚ ਜਿਹੜੇ ਕੱਪੜੇ ਪਏ ਸੀਗੇ ਉਹਨਾਂ ਦੇ ਨਾਲ ਉਹਨੇ ਆਪਣੇ ਆਪ ਨੂੰ ਗਰਮਾਇਸ਼ ਦਿੱਤੀ ਤੇ ਉੱਥੋਂ ਉਹਨੇ ਖਾਣਾ ਵੀ ਖਾਧਾ ਬਿਨਾਂ ਕਿਸੇ ਪੈਸੇ ਦਿੱਤੇ, ਕਿਉਂਕਿ ਉਹਨੂੰ ਪੈਸੇ ਤਾਂ ਦੇਣੇ ਪੈਣੇ ਨਹੀਂ ਸੀ। ਉਹ ਹੁਣ ਇਕੱਲਾ ਉੱਥੇ ਆ, ਸਟੋਰ ਬੰਦ ਹੋ ਚੁੱਕਿਆ ਆ, ਇਨਵਿਜ਼ੀਬਲ ਵੀ ਆ, ਇਸ ਕਰਕੇ ਉਹ ਕੀ ਆ, ਗਰਮਾਇਸ਼ ਵੀ ਲੈ ਰਿਹਾ ਤੇ ਉਹਨੇ ਉੱਥੇ ਖਾਣਾ ਵੀ ਖਾਧਾ। He broke open boxes and wrappers and fitted himself out with warm clothes। ਉਹਨੇ ਬਾਕਸਿਸ ਖੋਲ੍ਹੇ, ਰੈਪਰ ਉਤਾਰੇ ਤੇ ਆਪਣੇ ਜਿਹੜੇ ਸਾਈਜ਼ ਦੇ ਸੀ ਕੱਪੜੇ ਪਾ ਲਏ। Soon with shoes, an overcoat and a wide brimmed hat, he became a fully dressed and visible person। ਹੁਣ ਉਹਨੇ ਕੀ ਕੀਤਾ, ਕਿਹੜੇ ਕੱਪੜੇ ਪਾਏ, ਓਵਰਕੋਟ ਪਾਇਆ, ਸ਼ੂਜ਼ ਵੀ ਪਾ ਲਏ ਉਹਨੇ ਤੇ ਇੱਕ ਬ੍ਰਿਮਡ ਹੈਟ, ਬ੍ਰਿਮਡ ਮਤਲਬ ਤਿੱਖੀ ਨੋਕੀਲੀ ਜੀ ਵੱਡੀ ਸਾਰੀ ਹੈਟ ਜਿੱਦਾਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। ਉਹਨੇ ਇਹ ਹੈਟ, ਸ਼ੂਜ਼ ਤੇ ਓਵਰਕੋਟ ਜਿਹੜਾ ਪਾ ਲਿਆ ਤੇ ਹੁਣ ਉਹ ਕੱਪੜੇ ਪਾ ਕੇ ਇੱਕ ਫੁੱਲੀ ਡਰੈਸਡ ਵਿਜ਼ੀਬਲ ਮੈਨ ਬਣ ਗਿਆ ਆ, ਬਿਲਕੁਲ ਉਹ ਦਿਖਾਈ ਦੇ ਰਿਹਾ ਆ। In the kitchen of the restaurant he found cold meat and coffee। ਹੁਣ ਰੈਸਟੋਰੈਂਟ ਦੇ ਕਿਚਨ ਦੇ ਵਿੱਚ, ਹੁਣ ਦੇਖੋ ਇੱਕ ਸਟੋਰ ਦੇ ਵਿੱਚ ਗਿਆ ਆ ਕੱਪੜਿਆਂ ਦੀ ਗਰਮੈਸ਼ ਲੈਣ, ਬਟ ਉਹ ਸਟੋਰ ਜਿਹੜਾ ਸੀ ਉਹ ਮਲਟੀਪਰਪਜ਼ ਸੀ, ਉੱਥੇ ਕੀ ਸੀ, ਖਾਣ ਪੀਣ ਦੀਆਂ ਚੀਜ਼ਾਂ ਵੀ ਸੀਗੀਆਂ। ਹੁਣ ਕਈ ਸਟੋਰਸ ਹੁੰਦੇ ਨਾ ਵੱਡੇ ਜਿੱਥੇ ਖਾਣ ਪੀਣ ਦੀ ਅਰੇਂਜਮੈਂਟ ਵੀ ਹੁੰਦੀ ਆ, ਕੱਪੜਿਆਂ ਦੀ ਵੀ ਹੁੰਦੀ ਆ, ਹੋਰ ਚੀਜ਼ਾਂ ਦੀ ਵੀ ਹੁੰਦੀ ਆ। ਉਹ ਇੱਕ ਵੱਡੇ ਸਟੋਰ ਦੇ ਵਿੱਚ ਗਿਆ ਹੈ ਲੰਡਨ ਦੇ ਵਿੱਚ, ਇਸ ਕਰਕੇ ਉਹ ਉੱਥੇ ਕਿਚਨ ਦੇ ਵਿੱਚ ਗਿਆ ਰੈਸਟੋਰੈਂਟ ਦੇ ਵਿੱਚ ਤੇ ਉਹਨੇ ਉੱਥੇ ਕੀ ਲਿਆ, ਕੋਲਡ ਮੀਟ ਤੇ ਕੌਫੀ ਲਈ। ਐਂਡ ਹੀ ਫੋਲੋਡ ਅਪ ਦਾ ਮੀਲ ਵਿਦ ਸਵੀਟਸ ਐਂਡ ਵਾਈਨ ਟੇਕਨ ਫਰੋਮ ਦਾ ਗਰੋਸਰੀ ਸਟੋਰ। ਤੇ ਉਹਨੇ ਸਵੀਟਸ ਤੇ ਵਾਈਨ ਵੀ ਲਈ ਹੋਈ ਸੀਗੀ ਗਰੋਸਰੀ ਸਟੋਰ ਤੋਂ, ਉਹ ਵੀ ਉਹਨੇ ਖਾਧਾ। ਇਹ ਸਾਰਾ ਕੁਛ ਉਹਨੇ ਖਾ ਪੀ ਲਿਆ। Finally he settled down to sleep on a pile of quilts। ਤੇ ਫਾਈਨਲੀ ਖਾ ਪੀ ਕੇ ਸਾਰਾ ਬਿਲਕੁਲ ਕੱਪੜੇ ਵਗੈਰਾ ਪਾ ਕੇ ਗਰਮਾਇਸ਼ ਲੈ ਕੇ ਉਹ ਹੁਣ ਸੌਣ ਵਾਸਤੇ ਤਿਆਰ ਸੀਗਾ। ਤੇ ਉਹ ਕਿਹਦੇ ਉੱਤੇ ਸੁੱਤਾ, ਪਾਈਲ ਆਫ ਕੁਇਲਟਸ, ਰਜਾਈਆਂ ਦੇ ਢੇਰ ਦੇ ਉੱਤੇ, ਰਜਾਈਆਂ ਦੇ ਢੇਰ ਦੇ ਉੱਤੇ ਹੁਣ ਉਹ ਖਾ ਪੀ ਕੇ ਬਿਲਕੁਲ ਸੋ ਗਿਆ ਆ। If only Griffin had managed to wake up in good time, all might have been well। ਅਗਰ ਹੁਣ ਗ੍ਰਿਫਿਨ ਸਹੀ ਟਾਈਮ ਦੇ ਉੱਤੇ ਉੱਠ ਜਾਂਦਾ ਸਵੇਰ ਨੂੰ, ਰਾਤ ਬੀਤ ਗਈ ਆ, ਅਗਰ ਉਸ ਟਾਈਮ 'ਤੇ ਉੱਠ ਜਾਂਦਾ ਸਭ ਕੁਝ ਠੀਕ ਹੋਣਾ ਸੀ। ਹੁਣ ਕੀ ਹੋ ਗਿਆ, as it was he did not wake up until the assistants were already arriving next morning। ਬਟ ਉਹ ਕੀ ਸੀ, ਆਰਾਮ ਨਾਲ ਸੁੱਤਾ ਹੋਇਆ ਸੀਗਾ। ਅਸਿਸਟੈਂਟਸ ਜਿਹੜੇ ਸੀਗੇ, ਅਸਿਸਟੈਂਟਸ ਕੌਣ ਹੁੰਦੇ ਆ, ਜਿਹੜੇ ਸਟੋਰ ਦੇ ਵਿੱਚ ਕੰਮ ਕਰਦੇ ਆ, ਕੱਪੜੇ ਵਗੈਰਾ ਦਿਖਾਉਂਦੇ ਆ, ਠੀਕ, ਜਿਹੜੇ ਸਾਰਾ ਕੁਛ ਦੇਖਦੇ ਆ, ਉੱਥੇ ਦੇਖਭਾਲ ਕਰਦੇ ਆ। ਸੋ ਉਹ ਗਿਆ ਆ ਗਏ, ਮਤਲਬ ਕਿ ਟਾਈਮ ਇੰਨਾ ਜ਼ਿਆਦਾ ਹੋ ਗਿਆ ਸੀ, ਸਟੋਰ ਦੇ ਖੁੱਲ੍ਹਣ ਦਾ ਵੀ ਟਾਈਮ ਹੋ ਗਿਆ ਸੀ, ਪਰ ਗ੍ਰਿਫਿਨ ਹਜੇ ਤੱਕ ਸੁੱਤਾ ਸੀ ਕਿਉਂਕਿ ਉਹਨੂੰ ਗਰਮਾਇਸ਼ ਮਿਲੀ ਸੀ ਇੰਨੀ ਠੰਡ ਦੇ ਵਿੱਚ। ਉਹ ਬਿਨਾਂ ਕੱਪੜਿਆਂ ਤੋਂ ਘੁੰਮ ਰਿਹਾ ਸੀ ਬਾਹਰ ਤੇ ਹੁਣ ਉਹ ਬਿਲਕੁਲ ਉਹਨੇ ਪੇਟ ਭਰ ਕੇ ਖਾਣਾ ਵੀ ਖਾਧਾ ਹੈ, ਇਸ ਕਰਕੇ ਉਹ ਆਰਾਮ ਨਾਲ ਸੁੱਤਾ ਸੀਗਾ। ਤੇ ਉੱਥੇ ਜਿਹੜੇ ਅਸਿਸਟੈਂਟ ਸੀਗੇ ਸਟੋਰ ਦੇ ਉਹ ਆ ਚੁੱਕੇ ਸੀ। When he saw a couple of them footprints approaching he panicked and began to run। ਜਦੋਂ ਹੁਣ ਗ੍ਰਿਫਿਨ ਨੇ ਆਵਾਜ਼ ਸੁਣੀ ਪੈਰਾਂ ਦੇ ਆਂਦੇ, ਉਹਦੇ ਵੱਲ ਆਂਦੇ ਹੋਏ ਬਹੁਤ ਸਾਰੇ ਲੋਕਾਂ ਦੇ ਅਸਿਸਟੈਂਟ ਜਿਹੜੇ ਆ ਗਏ ਸੀਗੇ ਤੇ ਉਹ ਗਿਆ, ਘਬਰਾ ਗਿਆ। ਹੁਣ ਉਹ ਵਿਜ਼ੀਬਲ ਵੀ ਹੋ ਗਿਆ ਆ, ਕੱਪੜੇ ਪਾ ਲਏ ਆ ਤੇ ਜਿਹੜੇ ਅਸਿਸਟੈਂਟਸ ਆ ਉਹ ਕੀ ਆ, ਉਹਨੂੰ ਫੜਨ ਵੀ ਲੱਗਣਗੇ ਕਿ ਉਹਦੇ ਸਟੋਰ ਦੇ ਵਿੱਚ ਰਾਤ ਭਰ ਇੱਕ ਚੋਰ ਜਿਹੜਾ ਆ ਉਹ ਬੈਠਾ ਰਿਹਾ ਸੀਗਾ। ਤੇ ਹੁਣ ਗ੍ਰਿਫਿਨ ਨੇ ਜਦੋਂ ਉਹਨਾਂ ਨੂੰ ਦੇਖਿਆ, ਉਹਨੇ ਕੀ ਆ, ਦੌੜਨਾ ਸ਼ੁਰੂ ਕਰ ਦਿੱਤਾ ਸਟੋਰ 'ਚੋਂ। ਦੇ ਨੈਚੁਰਲੀ ਗੇਵ ਚੇਜ਼। In the end he was able to escape only by quickly taking off his newly found clothes। ਹੁਣ ਕੀ ਆ, ਜਦੋਂ ਉਹਨਾਂ ਨੇ ਅਸਿਸਟੈਂਟਸ ਨੇ ਉਹਨੂੰ ਦੇਖਿਆ ਤੇ ਨੈਚੁਰਲੀ ਉਹਨੂੰ ਚੇਜ਼ ਕਰਨਗੇ। ਜਦੋਂ ਉਹ ਦੌੜਨ ਲੱਗ ਗਿਆ ਉਹਨਾਂ ਨੇ ਉਹਦਾ ਪਿੱਛਾ ਕੀਤਾ। ਚੇਜ਼ ਕਰਨਾ ਕੀ ਹੁੰਦਾ ਹੈ, ਪਿੱਛਾ ਕਰਨਾ। ਹੁਣ ਜਿੱਦਾਂ ਕਿ
बुक दे विच भी तुहाडे इमेज आ ना कि आ जिहड़ा पर्सन है विदाउट हैड हो गया दौड़ रहा, उहदे पिछे जिहड़े आ 2 पर्सनस भी दौड़ रहे आ और पिछे की है स्टोर है। सो ये की आ ग्रिफिन जिहड़ा हुण उन्हां नूं देख के दौड़ रहा है ते असिस्टेंट्स जिहड़े आ उहदे पिछे पिछे दौड़ रहे आ। So once more he found himself invisible but naked in the chill January air। हुण ਉਹ ਬਾਅਦ 'ਚ ਉਹਨਾਂ ਤੋਂ ਕਿੱਦਾਂ ਸਕਿਆ ਗ੍ਰਿਫਿਨ, ਜਦੋਂ ਉਹਨੇ ਇੱਕ ਇੱਕ ਕਰਕੇ ਆਪਣੇ ਸਾਰੇ ਕੱਪੜੇ ਉਤਾਰਤੇ। ਹੁਣ ਬਚਣ ਵਾਸਤੇ ਉਹਨੂੰ ਫਿਰ ਆਪਣੇ ਜਿਹੜੇ ਕੱਪੜੇ ਸੀਗੇ ਨਵੇਂ, ਉਹਨੇ ਕੱਪੜੇ ਜਿਹੜੇ ਉਹਨੇ ਲੱਭੇ ਸੀਗੇ ਫਿਰ ਉਹਨੂੰ ਉਤਾਰਨੇ ਪਏ। ਇੱਕ ਵਾਰ ਫਿਰ ਉਹ ਕੀ ਸੀ, ਨੇਕਡ ਕੀ ਹੁੰਦਾ, ਵਿਦਾਊਟ ਕਲੋਥਿਸ। ਵਿਦਾਊਟ ਕਲੋਥਿਸ ਉਹਨੂੰ ਚਿਲ ਜਨਵਰੀ ਏਅਰ ਦੇ ਵਿੱਚ ਫਿਰ ਲੰਡਨ ਦੀਆਂ ਸਟਰੀਟਸ ਦੇ ਵਿੱਚ ਘੁੰਮਣਾ ਪਿਆ। This time he decided to try the stock of a theatrical company in the hope of finding not only clothes but also something that would hide the empty space above his shoulders। ਹੁਣ ਉਹਨੂੰ ਠੰਡ ਤਾਂ ਲੱਗ ਰਹੀ ਆ, ਉਹਨੇ ਡਿਸਾਈਡ ਕੀਤਾ ਕਿ ਮੈਂ ਦੁਬਾਰਾ ਕੱਪੜੇ ਕਿਤੋਂ ਅਰੇਂਜ ਕਰਾਂਗਾ। ਇਸ ਟਾਈਮ ਉਹਨੇ ਕੀ ਡਿਸਾਈਡ ਕੀਤਾ ਕਿ ਉਹ ਥੀਏਟਰੀਕਲ ਕੰਪਨੀ ਦੇ ਵਿੱਚ ਜਾਏਗਾ ਤੇ ਉੱਥੋਂ ਕੁਛ ਲੱਭੇਗਾ ਆਪਣੇ ਪਾਉਣ ਵਾਸਤੇ। ਥੀਏਟਰੀਕਲ ਕੰਪਨੀ ਡਰਾਮਾ ਕੰਪਨੀ, ਠੀਕ ਹੈ, ਡਰਾਮਾ ਕੰਪਨੀ ਹੁੰਦੀ ਆ। ਉੱਥੇ ਕੀ ਹੁੰਦੇ ਆ, ਅਲੱਗ-ਅਲੱਗ ਸਟਾਕ ਮਤਲਬ ਪ੍ਰੋਪਸ ਹੁੰਦੇ ਆ ਜਿਹੜੇ ਨਕਲੀ ਨੱਕ, ਦਾੜੀ, ਮੁੱਛਾਂ ਜਿਹੜੇ ਕਿ ਡਰਾਮਾ ਦੇ ਵਿੱਚ ਲਗਾਏ ਜਾਂਦੇ ਆ। ਹੁਣ ਉਹ ਥੀਏਟਰੀਕਲ ਕੰਪਨੀ ਵੱਲ ਜਾਣ ਦੀ ਸੋਚ ਰਿਹਾ ਆ। ਕਿਉਂ ਸੋਚ ਰਿਹਾ ਉਹ ਥੀਏਟਰੀਕਲ ਕੰਪਨੀ ਵਿੱਚ ਜਾਣ ਦੀ? In the hope of finding not only clothes but also something that would hide the empty space above his shoulders। ਤਾਂ ਕਿ ਉਹਨੂੰ ਕੱਪੜੇ ਹੀ ਨਾ ਮਿਲ ਸਕਣ, ਉਹਦੇ ਜਿਹੜੇ ਸ਼ੋਲਡਰਸ ਦੇ ਉੱਪਰ ਦੀ ਜਗ੍ਹਾ ਕਿਹੜੀ? ਹੁਣ ਦੇਖੋ ਜਿੱਦਾਂ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਸਕਦੇ ਹੋ, ਗ੍ਰਿਫਿਨ ਨੇ ਕੱਪੜੇ ਤਾਂ ਪਾਏ ਹੋਏ ਆ, ਜਿਹੜੀ ਹੈਟ ਆ ਉਹ ਵੀ ਲਈ ਹੋਈ ਆ, ਬਟ ਉਹਦੇ ਜਿਹੜਾ ਆਹ ਵਾਲਾ ਹਿੱਸਾ ਸੀ, ਫੇਸ ਵਾਲਾ ਹਿੱਸਾ ਸੀ, ਉਹ ਐਮਟੀ ਸੀ। ਕਿਉਂ ਐਮਟੀ ਸੀ? ਕਿਉਂਕਿ ਇਹ ਸਕਿਨ ਸੀ। ਸਕਿਨ ਹੀ ਤਾਂ ਬੋਡੀ ਦੀ ਉਹਦੀ ਦਿਖ ਨਹੀਂ ਰਹੀ, ਵਿਜ਼ੀਬਲ ਨਹੀਂ ਹੋ ਸਕਦੀ ਸੀ। ਜਿੱਥੇ ਜਿੱਥੇ ਉਹਦੀ ਬੋਡੀ ਦੇ ਉੱਤੇ ਕੱਪੜੇ ਆ ਉਹੀ ਉਹਦੇ ਪਾਰਟ ਦਿਖਣਗੇ, ਬਟ ਆਹ ਜਿਹੜਾ ਪਾਰਟ ਸੀ ਇਹ ਕੀ ਸੀ, ਖਾਲੀ ਸੀ। ਹੁਣ ਉਹਨੇ ਸਾਰਾ ਕੁਝ ਉਤਾਰਿਆ ਹੋਇਆ ਹੈ। ਇਸ ਟਾਈਮ ਉਹਦੇ ਕੋਲ ਕੱਪੜੇ ਨਹੀਂ ਹੈਗੇ, ਜਿਸ ਟਾਈਮ ਉਹ ਇਹ ਸਭ ਸੋਚ ਰਿਹਾ ਹੈ ਕਿ ਉਹ ਥੀਏਟਰੀਕਲ ਕੰਪਨੀ ਦੇ ਵਿੱਚ ਜਾਏਗਾ। ਬਟ ਉਹ ਕਹਿੰਦਾ ਕਿ ਹੁਣ ਮੈਂ ਜਦੋਂ ਜਾਣਾ ਆ, ਮੈਂ ਕੱਪੜੇ ਲੈਣੇ ਆ ਅਤੇ ਮੈਨੂੰ ਆਹ ਵਾਲਾ ਪਾਰਟ ਵੀ ਕਵਰ ਕਰਨਾ ਪਏਗਾ, ਨਹੀਂ ਤਾਂ ਲੋਕ ਕੀ ਆ ਮੇਰੇ 'ਤੇ ਸ਼ੱਕ ਕਰਨਗੇ। ਹੁਣ ਉਹ ਬਚ ਹੀ ਰਿਹਾ ਨਾ, ਪੁਲਿਸ ਤੋਂ ਵੀ ਬਚ ਰਿਹਾ ਹੈ, ਆਪਣੇ ਮਾਲਕ ਦੇ ਘਰ ਨੂੰ ਵੀ ਅੱਗ ਲਗਾ ਕੇ ਦੌੜਿਆ ਹੋਇਆ ਆ। ਦੈਨ ਇੱਕ ਸਟੋਰ ਦੇ ਵਿੱਚ ਵੀ ਉਹਨੇ ਚੋਰੀ ਕਰਕੇ ਕੱਪੜੇ ਪਾਏ, ਖਾਣਾ ਖਾਧਾ। ਇਸ ਕਰਕੇ ਬਹੁਤ ਸਾਰੇ ਕ੍ਰਾਈਮ ਉਹ ਕਰ ਚੁੱਕਿਆ ਆ ਅਤੇ ਪੁਲਿਸ ਵੀ ਉਹਦੇ ਪਿੱਛੇ ਹੋ ਸਕਦੀ ਆ। ਅਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਉਹ ਚਾਹੁੰਦਾ ਆ ਕਿ ਕੱਪੜਿਆਂ ਦੇ ਨਾਲ ਨਾਲ ਉਹ ਆਪਣੇ ਸ਼ੋਲਡਰਸ ਤੋਂ ਉੱਪਰ ਵਾਲੀ ਆ ਫੇਸ ਵਾਲੀ ਜਗ੍ਹਾ ਨੂੰ ਵੀ ਕਵਰ ਕਰ ਸਕੇ। ਇੱਦਾਂ ਦਾ ਕੁਛ ਉਹਨੂੰ ਲੱਭਣਾ ਪਏਗਾ। Shivering with cold, he hurried to Drury Lane, the center of the theatre world। ਹੁਣ ਥੀਏਟਰ ਵਰਲਡ ਦਾ ਸੈਂਟਰ ਮੰਨਿਆ ਜਾਂਦਾ ਹੈ ਡਰਿਊਰੀ ਲੇਨ ਨੂੰ। ਇਹ ਲੰਡਨ ਦੀ ਬਹੁਤ ਜ਼ਿਆਦਾ ਫੇਮਸ ਇੱਕ ਲੇਨ ਆ ਜਿੱਥੇ ਕਿ ਬਹੁਤ ਸਾਰੀਆਂ ਸ਼ਾਪਸ ਨੇ। ਹੁਣ ਉੱਥੇ ਚਲਾ ਗਿਆ ਆ ਗ੍ਰਿਫਿਨ, ਇੱਕ ਸ਼ਾਪ ਦੇ ਵਿੱਚ ਉੱਥੇ ਜਾਏਗਾ। He soon found a suitable shop। ਬੜੀ ਹੀ ਜਲਦੀ ਉਹਨੂੰ ਇੱਕ ਸੂਟੇਬਲ ਜੀ ਸ਼ਾਪ ਮਿਲ ਗਈ ਉਸ ਲੇਨ ਦੇ ਵਿੱਚ। He made his way invisible upstairs and came out a little later wearing bandages around his forehead, dark glasses, false nose, big bushy side whiskers and a large hat। ਹੁਣ ਦੁਕਾਨ ਦੇ ਵਿੱਚ ਉਹ ਜਾ ਚੁੱਕਾ ਆ ਅਤੇ ਉਹਨੇ ਕੀ ਕੀਤਾ, ਆਪਣੇ ਆਪ ਨੂੰ ਉਹ ਇਨਵਿਜ਼ੀਬਲ ਸੀਗਾ ਇਸ ਕਰਕੇ ਉਹ ਅਪਸਟੇਅਰਸ ਚਲਾ ਗਿਆ, ਦੁਕਾਨ ਦੇ ਉੱਪਰ ਵਾਲੇ ਹਿੱਸੇ 'ਤੇ ਚਲਾ ਗਿਆ ਅਤੇ ਉਹਨੇ ਕੀ ਕੀਤਾ, ਉੱਥੇ ਬੈਂਡੇਜਿਸ ਲਗਾਈਆਂ ਆਪਣੇ ਫੋਰਹੈਡ ਦੇ ਉੱਤੇ। ਬੈਂਡੇਜਿਸ ਲਪੇਟ ਲਈਆਂ ਤਾਂ ਕਿ ਉਹਦਾ ਫੇਸ ਜਿਹੜਾ ਉਹ ਕਵਰ ਹੋ ਸਕੇ ਅਤੇ ਫੇਸ ਉਹਦਾ ਵਿਜ਼ੀਬਲ ਹੋ ਸਕੇ। ਡਾਰਕ ਗਲਾਸਿਸ ਲਗਾ ਲਈਆਂ ਉਹਨੇ ਆਪਣੇ ਅੱਖਾਂ ਦੇ ਉੱਤੇ, ਕਿਉਂਕਿ ਅੱਖਾਂ ਵੀ ਨਹੀਂ ਦਿਖ ਸਕਦੀਆਂ ਸੀ ਨਾ, ਉਹਦੀਆਂ ਅੱਖਾਂ ਵੀ ਇਨਵਿਜ਼ੀਬਲ ਸੀ। ਫਾਲਸ ਨੋਜ਼, ਇੱਕ ਨਕਲੀ ਨੱਕ ਵੀ ਉਹਨੂੰ ਲਾਉਣਾ ਪਿਆ। ਬਿਗ ਬੁਸ਼ੀ ਸਾਈਡ ਵਿਸਕਰਸ ਮਤਲਬ ਦਾੜੀ, ਵੱਡੀ ਜੀ ਦਾੜੀ ਵੀ ਉਹਨੂੰ ਲਾਉਣੀ ਪਈ ਅਤੇ ਇੱਕ ਲਾਰਜ ਹੈਟ ਉਹਨੇ ਪਾਈ ਆਪਣੇ ਸਿਰ ਨੂੰ ਛੁਪਾਉਣ ਵਾਸਤੇ। ਟੂ ਐਸਕੇਪ ਵਿਦਾਊਟ ਬੀਂਗ ਸੀਨ। ਹੁਣ ਬਿਨਾਂ ਉੱਥੋਂ ਦਿਖੇ ਹੋਏ ਬਚਣ ਵਾਸਤੇ ਉਹਨੇ ਕੀ ਕੀਤਾ, ਹੀ ਕੈਲੋਸਲੀ ਮੀਨਸ ਬੈਡਲੀ ਅਟੈਕਡ ਸ਼ੌਪਕੀਪਰ। ਹੁਣ ਜਿਹੜਾ ਸ਼ੌਪ ਦਾ ਮਾਲਿਕ ਸੀਗਾ, ਸ਼ੌਪਕੀਪਰ ਸੀਗਾ, ਉਹਦੇ ਉੱਤੇ ਉਹਨੇ ਅਟੈਕ ਕਰ ਦਿੱਤਾ।
आफ्टर विच ही robbed him all the money he could find। ਤੇ ਗ੍ਰਿਫਿਨ ਨੇ ਸਿਰਫ ਉਹਨੂੰ ਅਟੈਕ ਹੀ ਨਹੀਂ ਕੀਤਾ ਉਸ ਸ਼ਾਪਕੀਪਰ ਦੇ ਉੱਤੇ, ਜਿੰਨੀ ਵੀ ਉਸ ਸ਼ਾਪਕੀਪਰ ਦੇ ਕੋਲ ਮਨੀ ਸੀ ਉਹ ਵੀ ਲੁੱਟ ਲਈ, ਕਿਉਂਕਿ ਗ੍ਰਿਫਿਨ ਨੂੰ ਮਨੀ ਵੀ ਚਾਹੀਦੀ ਆ ਹੁਣ ਸਰਵਾਈਵ ਕਰਨ ਵਾਸਤੇ। Eager to get away from crowded London, he took a train to village of Iping, where he booked 2 rooms at the local inn। ਹੁਣ ਲੰਡਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ, ਬਹੁਤ ਜ਼ਿਆਦਾ ਕੀ ਸੀਗਾ ਲੋਕ ਸੀਗੇ, ਤੇ ਉਹਨੇ ਕ੍ਰਾਈਮਸ ਵੀ ਲੰਡਨ ਦੇ ਵਿੱਚ ਹੀ ਕੀਤੇ ਸੀਗੇ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਉਹਨੇ ਕੀ ਕੀਤਾ, ਇੱਕ ਟ੍ਰੇਨ ਲਈ ਤੇ ਲੰਡਨ ਦੇ ਕੋਲ ਇੱਕ ਵਿਲੇਜ ਸੀ ਆਈਪਿੰਗ, ਉਹਦੇ ਵਿੱਚ ਉਹ ਚਲਾ ਗਿਆ। ਤੇ ਉੱਥੇ ਉਹਨੇ ਕੀ ਕੀਤਾ, ਇਨ ਦੇ ਵਿੱਚ 2 ਰੂਮ ਬੁੱਕ ਕੀਤੇ। ਹੁਣ ਇਨ ਕੀ ਹੁੰਦਾ ਆ, ਇਨ ਇੱਕ ਹੋਟਲ ਟਾਈਪ ਹੀ ਹੁੰਦਾ ਆ, ਬਟ ਉਹਦੇ ਵਿੱਚ ਕੀ ਹੁੰਦਾ ਆ, ਜਿਹੜਾ ਇਨ ਦਾ ਮਾਲਿਕ ਹੁੰਦਾ ਆ ਉਹ ਵੀ ਉੱਥੇ ਹੀ ਰਹਿੰਦਾ ਆ, ਉਹਦਾ ਵੀ ਜਿਹੜਾ ਕਹਿ ਸਕਦੇ ਆ ਰਹਿਣ ਸਹਿਣ ਉੱਥੇ ਹੀ ਹੁੰਦਾ ਆ। ਇਨ ਦਾ ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਆ ਉਹਦੇ ਵਿੱਚ ਕੀ ਕੋਈ ਬਾਰ ਹੁੰਦਾ ਆ ਜਾਂ ਫਿਰ ਕੌਫੀ ਸ਼ਾਪ ਜਾਂ ਟੀ ਸ਼ਾਪ ਹੁੰਦੀ ਆ, ਤੇ ਉੱਪਰ ਵਾਲੇ ਹਿੱਸੇ ਦੇ ਵਿੱਚ ਕੀ ਹੁੰਦਾ ਆ, ਰੂਮਸ ਹੁੰਦੇ ਆ ਜਿੱਥੇ ਕਿ ਆ ਕੇ ਥੋੜ੍ਹੀ ਦੇਰ ਵਾਸਤੇ ਵਿਜ਼ਿਟਰਸ ਰਹਿ ਸਕਦੇ ਆ। The arrival of a stranger at an inn in winter was in any case an unusual event। ਹੁਣ ਇਨ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਕਿਸੇ ਸਟ੍ਰੇਂਜਰ ਦਾ ਆਉਣਾ ਬੜਾ ਹੀ ਅਜੀਬ ਸੀ, ਕਿਉਂਕਿ ਪਹਿਲਾਂ ਉਸ ਵਿਲੇਜ ਦੇ ਵਿੱਚ ਇੱਦਾਂ ਕਦੀ ਨਹੀਂ ਹੋਇਆ ਸੀ ਕਿ ਇੰਨੀ ਠੰਡ ਦੇ ਵਿੱਚ ਕੋਈ ਸਟ੍ਰੇਂਜਰ ਉੱਥੇ ਰਹਿਣ ਆਇਆ ਹੋਵੇ। A stranger of such uncommon appearance set all tongue wagging। Tongue wagging means talking। ਹੁਣ ਉਹ ਜਿਹੜਾ ਗ੍ਰਿਫਿਨ ਸੀ ਉਹ ਦੇਖਣ ਨੂੰ ਵੀ ਅਜੀਬ ਲੱਗ ਰਿਹਾ ਸੀ। ਅਜੀਬ ਕਿਉਂ ਲੱਗ ਰਿਹਾ ਸੀ, ਕਿਉਂਕਿ ਉਹਨੇ ਆਪਣੇ ਪੂਰੇ ਫੇਸ ਦੇ ਉੱਤੇ ਕੀ ਸੀ, ਬੈਂਡੇਜਸ ਲਗਾ ਲਈਆਂ ਸੀਗੀਆਂ, ਤੇ ਉੱਥੇ ਦੇ ਜਿਹੜੇ ਲੋਕ ਸੀਗੇ ਉਹਨੂੰ ਦੇਖ ਕੇ ਕੀ ਸੀਗੇ, ਗੱਲਾਂ ਕਰਨ ਲੱਗੇ। ਮਿਸਿਸ ਹਾਲ, ਦ ਲੈਂਡਲॉर्ड्स ਵਾਈਫ, ਮੇਡ ਐਵਰੀ ਐਫਰਟ ਟੂ ਬੀ ਫਰੈਂਡਲੀ। ਹੁਣ ਮਿਸਿਸ ਹਾਲ ਜਿਹੜੀ ਉਸ ਇਨ ਦੀ ਮਾਲਿਕ ਦੀ ਵਾਈਫ ਹੈ, ਉਹਨੇ ਬੜੀ ਹੀ ਕੋਸ਼ਿਸ਼ ਕੀਤੀ ਕਿ ਉਹ ਗ੍ਰਿਫਿਨ ਦੇ ਨਾਲ ਫਰੈਂਡਲੀ ਹੋ ਸਕੇ, ਉਹਨਾਂ ਨਾਲ ਗੱਲਬਾਤ ਕਰ ਸਕੇ, ਬਟ ਗ੍ਰਿਫਿਨ ਹੈਡ ਨੋ ਡਿਜ਼ਾਇਰ ਟੂ ਟਾਕ। ਬਟ ਗ੍ਰਿਫਿਨ ਦੀ ਕੋਈ ਵੀ ਇੱਛਾ ਨਹੀਂ ਸੀ ਉਹਦੇ ਨਾਲ ਗੱਲ ਕਰਨ ਦੀ। ਐਂਡ ਟੋਲਡ ਹਰ, ਤੇ ਗ੍ਰਿਫਿਨ ਨੇ ਉਹਨੂੰ ਕਿਹਾ, ਮਾਈ ਰੀਜ਼ਨ ਫॉर ਕਮਿੰਗ ਟੂ ਆਈਪਿੰਗ ਇਜ਼ ਅ ਡਿਜ਼ਾਇਰ ਫॉर ਸੋਲੀਟਿਊਡ। ਹੁਣ ਉਹ ਕਹਿੰਦਾ ਕਿ ਮੇਰਾ ਇੱਥੇ ਆਉਣ ਦਾ ਮਤਲਬ ਹੈ ਸੋਲੀਟਿਊਡ ਮਤਲਬ ਅਲੋਨ, ਕਿ ਮੈਂ ਇਕੱਲਾ ਰਹਿਣਾ ਚਾਹੁੰਦਾ ਹਾਂ। ਆਈ ਡੂ ਨੋਟ ਵਿਸ਼ ਟੂ ਬੀ ਡਿਸਟਰਬਡ ਇਨ ਮਾਈ ਵਰਕ। ਮੈਂ ਕਹਿੰਦਾ ਕਿ ਨਹੀਂ ਚਾਹੁੰਦਾ ਮੈਨੂੰ ਕੋਈ ਮੇਰੇ ਕੰਮ ਦੇ ਵਿੱਚ ਕੀ ਕਰੇ, ਡਿਸਟਰਬਡ ਕਰੇ। ਬਿਸਾਈਡ ਐਨ ਐਕਸੀਡੈਂਟ ਹੈਜ਼ ਅਫੈਕਟਡ ਮਾਈ ਫੇਸ। ਹੁਣ ਉਹ ਕਹਿੰਦਾ ਕਿ ਮੇਰੇ ਫੇਸ ਦੇ ਉੱਤੇ ਹੁਣ ਉਹਨੇ ਦੱਸਣਾ ਸੀਗਾ ਨਾ ਕਿ ਬੈਂਡੇਜਸ ਆ, ਦੇਖਣ ਵਾਲੇ ਵੀ ਹੈਰਾਨ ਹੋ ਰਿਹਾ ਕਿ ਇਹਨੇ ਆਪਣਾ ਫੇਸ ਇੱਦਾਂ ਕਿਉਂ ਬੈਂਡੇਜਸ ਦੇ ਨਾਲ ਕਵਰ ਕੀਤਾ ਹੋਇਆ ਆ, ਤੇ ਉਹਨੇ ਕਿਹਾ ਕਿ ਮੇਰੇ ਫੇਸ ਦਾ ਐਕਸੀਡੈਂਟ ਹੋ ਗਿਆ ਆ, ਇਸ ਕਰਕੇ ਮੈਂ ਆਪਣੇ ਫੇਸ ਦੇ ਉੱਤੇ ਕੀ ਆ, ਬੈਂਡੇਜਸ ਲਗਾਈਆਂ ਹੋਈਆਂ ਆ। ਸੋ ਇਸ ਤੋਂ ਬਾਅਦ ਕੀ ਹੁੰਦਾ ਆ ਲੈਸਨ ਦੇ ਵਿੱਚ, ਕਿੱਦਾਂ ਹੁਣ ਗ੍ਰਿਫਿਨ ਉੱਥੇ ਇਨ ਦੇ ਵਿੱਚ ਰਹਿੰਦਾ ਆ, ਇਨ ਦੇ ਵਿੱਚ ਵੀ ਕੋਈ ਮੁਸੀਬਤ ਕ੍ਰੀਏਟ ਕਰਦਾ ਆ ਜਾਂ ਉਹਨੂੰ ਕੋਈ ਮੁਸੀਬਤ ਆਉਂਦੀ ਆ, ਇਹ ਅਸੀਂ ਰੀਡ ਕਰਾਂਗੇ ਆਪਣੇ ਨੈਕਸਟ ਲੈਕਚਰ ਦੇ ਵਿੱਚ। ਟਿਲ ਦੈਨ ਕੀਪ ਲਰਨਿੰਗ। ਥੈਂਕ ਯੂ।